सत श्री अकाल जी, तुसीं वेख रहे हो D5 चैनल पंजाबी दा पंजाब बुलेटिन ते मैं हाँ मनदीप सिंह बल्लो। पर सब तो पहला नज़र मारते हैं अज दीआं मुख सुर्खियां ते। श्रोमणी अकाली दल ते बीजेपी गठजोड़ ते सुखबीर बादल दा वड्डा बयान। कहा गठजोड़ दीआं चर्चावां सिर्फ मीडिया च ने। पंजाब भाजपा दे प्रधान बनते सुनील जाखड़ पहुंचे अमृतसर, श्री दरबार साहिब विखे टेकिया मत्था। चाइना डोर नूं लैके पंजाब सरकार सख्त, वरतों करन वाले नूं 5 साल दी सज़ा ते 1 लाख दा होवेगा जुर्माना। मुख मंत्री भगवंत मान दा वड्डा ऐलान, सूबे च खोले जाणगे UPSC दे 8 मुफ्त कोचिंग सेंटर। हुण खबरां विस्तार नाल। पंजाब च अकाली भाजपा गठजोड़ ਦੀਆਂ ਚਰਚਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡਾ ਗਠਜੋੜ ਬਸਪਾ ਦੇ ਨਾਲ ਹੈ। ਦਰਅਸਲ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਗਠਜੋੜ ਦੀਆਂ ਚਰਚਾਵਾਂ ਨੂੰ ਸਿਰਫ ਅਫਵਾਹ ਦੱਸਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਅਤੇ ਸਾਹਮਣੇ ਆ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਾਰ ਫਿਰ ਤੋਂ ਗਠਜੋੜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹਨਾਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਗਠਜੋੜ ਦੀਆਂ ਮੀਡੀਆ ਵਿੱਚ ਚਰਚਾਵਾਂ ਨਹੀਂ, ਸਾਡਾ ਬਸਪਾ ਦੇ ਨਾਲ ਗਠਜੋੜ ਹੈ। हमारी अलायंस BSP के साथ है, तो ये क्वेश्चन कैसे आ रहा है? ये हमारी रूटीन मीटिंग है। आई हैव कम आफ्टर मंथ, सो वी आर हैविंग अ रूटीन मीटिंग ऑफ अ प्रोग्राम। असी पंजाब गवर्नमेंट के खिलाफ जो हमने इनकी जो इन्होंने वैट इंक्रीज किया है, इन्होंने पानी दिया, वो सब इश्यूज पे हम डिस्कशन करने के लिए इसलिए मीटिंग। ये मीडिया की बातें हैं, सारी मीडिया की स्पेक्युलेशन। ਜ਼ਿਕਰ ਕਰ ਦਈਏ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਇੱਕ ਅਹਿਮ ਬੈਠਕ ਬੁਲਾਈ ਗਈ ਸੀ, ਜਿਸ ਦੇ ਸਦਕਾ ਪਾਰਟੀ ਲੀਡਰਸ਼ਿਪ ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿਖੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੀ। ਇਸ ਦਰਮਿਆਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਧਾਨਾਂ ਅਤੇ ਇੰਚਾਰਜਾਂ ਦੇ ਨਾਲ ਉਹਨਾਂ ਦੀ ਇਹ ਰੂਟੀਨ ਮੀਟਿੰਗ ਹੈ ਅਤੇ ਗਠਜੋੜ ਦੀਆਂ ਚਰਚਾਵਾਂ ਸਿਰਫ ਮੀਡੀਆ ਵਿੱਚ ਨਹੀਂ, ਸਾਡਾ ਗਠਜੋੜ ਬਸਪਾ ਨਾਲ ਹੈ। ਇੱਥੇ ਇਹ ਵੀ ਦੱਸ ਦਈਏ ਕਿ ਕਿਸਾਨੀ ਅੰਦੋਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਦੇ ਨਾਲ ਗਠਜੋੜ ਨੂੰ ਤੋੜ ਦਿੱਤਾ ਗਿਆ ਸੀ ਅਤੇ ਖੁਦ ਨੂੰ ਭਾਜਪਾ ਤੋਂ ਵੱਖ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਗਠਜੋੜ ਕਰ ਲਿਆ ਸੀ। ਪਰ ਹੁਣ ਇਹ ਸਾਹਮਣੇ ਆਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਇੱਕ ਵਾਰ ਫਿਰ ਤੋਂ ਗਠਜੋੜ ਹੋਣ ਜਾ ਰਿਹਾ ਹੈ। ਸਵਾਲ ਤਾਂ ਇਹ ਉੱਠਦਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਨਾਲ ਗਠਜੋੜ ਕਰ ਲੈਂਦੀ ਹੈ ਤਾਂ ਬਸਪਾ ਅਕਾਲੀ ਦਲ ਦੇ ਨਾਲ ਆਪਣਾ ਗਠਜੋੜ ਕਾਇਮ ਰੱਖੇਗੀ ਜਾਂ ਫਿਰ ਨਹੀਂ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਿਰ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਹਨਾਂ ਦੇ ਨਾਲ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀ। ਨਾਲ ਹੀ ਪੰਜਾਬ ਭਾਜਪਾ ਦੇ ਪ੍ਰਭਾਰੀ ਵਿਜੇ ਰੂਪਾਨੀ ਨੇ ਕਿਹਾ ਕਿ ਭਾਜਪਾ ਲੋਕ ਸਭਾ ਚੋਣਾਂ ਇਕੱਲੇ ਲੜੇਗੀ। ਉਹਨਾਂ ਨੇ BJP ਤੇ ਅਕਾਲੀ ਦਲ ਦੇ ਗਠਜੋੜ ਹੋਣ ਤੇ ਵੀ ਵਿਸ਼ਰਾਮ ਲਾਇਆ। ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ। ਇਸ ਦੌਰਾਨ ਉਹਨਾਂ ਦੇ ਨਾਲ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ, ਤਰੁਣ ਚੁੱਗ, ਬੀਬਾ ਜੈਇੰਦਰ ਕੌਰ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਤੋਂ ਇਲਾਵਾ ਪਾਰਟੀ ਲੀਡਰਸ਼ਿਪ ਮੌਜੂਦ ਰਹੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਇਸ ਨਵੀਂ ਪਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਉਹ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਪਹੁੰਚੇ ਨੇ। ਉੱਥੇ ਹੀ ਜਾਖੜ ਨੇ ਭਾਜਪਾ ਅਤੇ ਅਕਾਲੀ ਦਲ ਦੇ ਗਠਜੋੜ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਉਹ ਬਾਕੀਆਂ ਨੇਤਾਵਾਂ ਦੀ ਤਰ੍ਹਾਂ ਗੁਰੂ ਘਰ ਨੂੰ ਆਪਣੇ ਸਿਆਸੀ ਫਾਇਦੇ ਲਈ ਇਸਤੇਮਾਲ ਨਹੀਂ ਕਰਨਾ ਚਾਹੁੰਦੇ। ਉਹ ਜਲਦ ਹੀ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਪ੍ਰੈਸ ਕਾਨਫਰੰਸ ਕਰਕੇ ਦੇਣਗੇ। ਅੱਜ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ, ਗੁਰੂ ਮਹਾਰਾਜ ਤੋਂ ਮਿਹਰ ਦੀ ਬਖਸ਼ਿਸ਼ ਵਾਸਤੇ ਤੇ ਸਾਡੀ ਭਾਈਚਾਰਕ ਸਾਂਝ ਦੇ ਵਾਸਤੇ ਹਮੇਸ਼ਾ ਆਵਾਜ਼ ਉਠਾਉਂਦੇ ਰਹੀਏ, ਉਹਦੇ ਵਾਸਤੇ ਅਰਦਾਸ ਕੀਤੀ ਹੈ। ਦੇਖੋ, ਗੁਰੂ ਦੇ ਦਰਬਾਰ 'ਚ ਖੜ ਕੇ ਮੈਂ ਉਹ ਭੁੱਲ ਨਹੀਂ ਕਰਨਾ ਚਾਹੁੰਦਾ ਜਿਹੜੇ ਦੂਜੇ ਲੋਕ ਸੱਤਾ ਦੇ ਤੱਕ 'ਚ ਅਹੰਕਾਰੇ ਕਰੀ ਜਾਂਦੇ ਆ। ਗੁਰੂ ਘਰ ਨੂੰ ਘਟੀਆ ਰਾਜਨੀਤੀ 'ਚ ਲਵੇੜਨ ਵਾਸਤੇ ਨਹੀਂ ਸਾਹਿਬ ਇੱਥੇ ਖੜੇ। ਜਿਹੜੀਆਂ ਗੱਲਾਂ ਤੁਸੀਂ ਰਾਜਨੀਤੀ ਕਰ ਰਹੇ ਹੋ, ਰਾਜਨੀਤਿਕ ਮੰਚ ਤੇ ਪ੍ਰੈਸ ਕਾਨਫਰੰਸ ਕਰਕੇ ਇੱਕ ਇੱਕ ਗੱਲ ਦਾ ਜਵਾਬ ਦੇਵਾਂਗੇ ਸਾਹਿਬ, ਪਰ ਗੁਰੂ ਘਰ ਨੂੰ ਇਸ ਕੰਮ 'ਚ ਲਵੇੜਨ ਵਾਲਿਆਂ ਦਾ ਹਾਲ ਵੀ ਬਹੁਤ ਮਾੜਾ ਹੋਊਗਾ। ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਭਾਰੀ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਕਿ ਸੁਨੀਲ ਜਾਖੜ ਇੱਕ ਚੰਗੀ ਦਿੱਖ ਵਾਲੇ ਆਗੂ ਨੇ। ਸਾਨੂੰ ਉਮੀਦ ਹੈ ਕਿ ਉਹਨਾਂ ਦੀ ਅਗਵਾਈ ਵਿੱਚ ਭਾਜਪਾ ਪੰਜਾਬ ਦੇ ਵਿੱਚ ਅੱਗੇ ਵਧੇਗੀ। ਨਾਲ ਹੀ ਉਹਨਾਂ ਕਿਹਾ ਕਿ BJP ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ 13 ਦੀਆਂ 13 ਸੀਟਾਂ ਇਕੱਲੇ ਲੜੇਗੀ। आने वाले 24 की चुनाव भारतीय जनता पार्टी लड़ेगी। मोदी जी के नेतृत्व में फिर से दिल्ली में तीसरी बार भाजपा की सरकार बनेगी और पंजाब में भी 13 सीटें भारतीय जनता पार्टी अकेली लड़ेगी और भारतीय जनता पार्टी वो उन पर अच्छा प्रदर्शन करेगी। मैंने इसलिए ही बताया अकेले ही लड़ेंगे और हम आगे बढ़ेंगे। गठजोड़ नहीं होगा। इसका मतलब जो आप समझो। जाखड़ जी एक बड़े अच्छे लीडर है, साफ सुथरे उनकी इमेज है और मुझे पूरी उम्मीद है कि आने वाले दिन में जाखड़ जी के नेतृत्व में
भारतीय जनता पार्टी पंजाब में आगे बढ़ेगी। ਕਾਬਲੇ ਗੌਰ ਹੈ ਕਿ ਮੀਡੀਆ ਚਰਚਾਵਾਂ ਇਹ ਚੱਲ ਰਹੀਆਂ ਨੇ ਕਿ ਜਲਦ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਅਤੇ ਇਹ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਕੱਠੀਆਂ ਲੜ ਸਕਦੀਆਂ ਨੇ ਅਤੇ ਭਾਜਪਾ ਦਾ ਅਕਾਲੀ ਦਲ ਦੇ ਨਾਲ ਮੁੜ ਤੋਂ ਗੱਠਜੋੜ ਕਰਨ ਦਾ ਮੁੱਖ ਕਾਰਨ ਵਿਰੋਧੀ ਪਾਰਟੀਆਂ ਦਾ ਮਹਾਗਠਜੋੜ ਹੈ ਕਿਉਂਕਿ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ 2024 ਦੀਆਂ ਲੋਕ ਸਭਾ ਚੋਣਾਂ ਲੜਨ ਦੇ ਲਈ ਰਣਨੀਤੀ ਬਣਾ ਰਹੀਆਂ ਨੇ ਅਤੇ ਭਾਜਪਾ ਨੂੰ ਸੱਤਾ ਤੋਂ ਹਟਾਉਣ ਦੀ ਤਿਆਰੀਆਂ ਕਰ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਅਤੇ ਅਕਾਲੀ ਦਲ ਗੱਠਜੋੜ ਕਰ ਸਕਦੇ ਨੇ ਪਰ ਪਾਰਟੀ ਨੇਤਾਵਾਂ ਵੱਲੋਂ ਇਹਨਾਂ ਗੱਠਜੋੜ ਦੀਆਂ ਚਰਚਾਵਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚਾਲੇ ਗੱਠਜੋੜ ਦੀਆਂ ਚਰਚਾਵਾਂ ਪੂਰੀ ਤੇਜ਼ ਨੇ। ਇਹ ਸਾਹਮਣੇ ਆ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡਾ ਫਿਰ ਤੋਂ ਗੱਠਜੋੜ ਕੀਤਾ ਜਾ ਸਕਦਾ ਹੈ। ਇਹਨਾਂ ਚਰਚਾਵਾਂ ਵਿਚਾਲੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਗੱਠਜੋੜ ਨੂੰ ਲੈ ਕੇ ਵਿਰੋਧੀਆਂ ਦੇ ਤੰਜ ਕੱਸਦਿਆਂ ਕਿਹਾ ਕਿ ਸਿਆਸੀ ਆਗੂ ਅੰਦਰ ਬੈਠੇ ਆਪਣੀ ਕੁਰਸੀ ਲਈ ਜੋੜ ਤੋੜ ਕਰ ਰਹੇ ਨੇ। 2024 ਦੀਆਂ ਲੋਕ ਸਭਾ ਚੋਣਾਂ ਨੇ ਸਿਆਸਤ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਦੇਸ਼ ਭਰ ਦੇ ਵਿੱਚ ਸਾਰੀਆਂ ਧਿਰਾਂ ਜੋੜ ਤੋੜ ਦੇ ਵਿੱਚ ਲੱਗੀਆਂ ਹੋਈਆਂ ਨੇ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸੇ ਮੁੱਦੇ ਨੂੰ ਲੈ ਕੇ ਵਿਰੋਧੀਆਂ ਤੇ ਤੰਜ ਕੱਸੇ ਨੇ। ਉਹਨਾਂ ਕਿਹਾ ਕਿ ਸਿਆਸੀ ਆਗੂ ਅੰਦਰ ਬੈਠੇ ਆਪਣੀ ਕੁਰਸੀ ਦੇ ਲਈ ਜੋੜ ਤੋੜ ਕਰ ਰਹੇ ਨੇ ਪਰ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਦੀ ਕੁਰਸੀ ਬਚਾਉਣ ਦੇ ਲਈ ਜੋੜ ਤੋੜ ਕਰ ਰਿਹਾ। ਮੁੱਖ ਮੰਤਰੀ ਬਣ ਗਿਆ ਵੇ ਮੁੱਖ ਮੰਤਰੀ ਬਣਨ ਦਾ ਮਤਲਬ ਇਹ ਥੋੜੀ ਕੋ ਤੁਸੀਂ ਲੈ ਮਹਿਲਾਂ ਦੇ ਕੋਂਡੇ ਲਾ ਕੇ ਬਹਿ ਜਾਓ ਅੰਦਰ ਕਿ ਸਾਨੂੰ ਕੋਈ ਜਨਤਾ ਨਾ ਮਿਲ ਲੈ ਕਿਤੇ ਆ ਕੇ। ਉਹ ਤੋਂ ਪਹਿਲਾਂ ਨੇ ਨਹੀਂ ਕੀਤਾ। ਮੁੱਖ ਮੰਤਰੀ ਬਣ ਕੇ ਵੱਡੇ ਉਹਨਾਂ ਦੇ ਮਹਿਲ ਸੀ, ਵੱਡੇ ਦਰਵਾਜ਼ੇ ਸੀ, ਕੁੰਡੇ ਵੀ ਇਹਨਾਂ ਨੇ ਚੌੜੇ ਸੀ, ਕੁੰਡੇ ਅੰਦਰੋਂ ਬੰਦ ਕਰ ਲਏ ਕਹਿੰਦੇ ਆਮ ਜਨਤਾ ਨੇੜੇ ਨਾ ਆ ਜੇ। ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਲੋਕਾਂ ਨੇ ਬਾਹਰੋਂ ਕੁੰਡੇ ਲਾਤੇ ਕਹਿੰਦੇ ਤੁਸੀਂ ਬਾਹਰ ਵੀ ਨਾ ਆ ਜਾਓ। ਉਹ ਬੈਠੇ ਨੇ ਅੰਦਰ ਹੀ ਹੁਣ ਤੇ ਕੀ ਕਰ ਰਹੇ ਨੇ? ਮਾਫ ਕਰਨਾ ਤੁਸੀਂ ਪੜ੍ਹੇ ਲਿਖੇ ਹੋ, ਕੀ ਕਰ ਰਹੇ ਨੇ ਉਹ? ਜੋੜ ਤੋੜ। ਮੈਂ ਉਧਰ ਵਗ ਜਾ, ਮੇਰਾ ਇਹਦੇ ਨਾਲ ਲੈਂਸ ਹੋ ਜੇ, ਸਾਡੇ ਕੋਲ ਪੈਸੇ ਹੈਗੇ ਨੇ। ਸੋ ਇਸ ਕਰਕੇ ਆ ਜਿਹੜਾ ਹੁਣ ਅੱਜ ਤੁਹਾਨੂੰ ਪਹਿਲਾਂ ਕੋਰਟਾਂ 'ਚ ਰੁਲਣਾ ਪਿਆ, ਕਿੰਨੇ ਸਾਲ ਵੇਸਟ ਹੋ ਗਏ, ਉਹਦੀ ਕੋਈ ਵੈਲਿਊ ਨਹੀਂ ਹੈਗੀ ਕਿ ਟਾਈਮ ਦੀ ਕੋਈ ਵੈਲਿਊ ਨਹੀਂ ਹੁੰਦੀ। ਪਰ ਅਸੀਂ ਤੁਹਾਡੇ ਵਾਸਤੇ ਜੋੜ ਤੋੜ ਕਰਕੇ ਜੋ ਮਰਜ਼ੀ ਕਰੀਏ ਅਸੀਂ ਤੁਹਾਡੀ ਕੁਰਸੀ ਸਿਕਿਉਰ ਕਰਨੀ ਚਾਹੁੰਦੇ ਹਾਂ। ਇੰਨਾ ਹੀ ਫਰਕ ਹੈ। ਭਗਵੰਤ ਮਾਨ ਆਪਦੇ ਨੌਜਵਾਨਾਂ ਦੀ, ਆਪਦੇ ਪੰਜਾਬ ਦੇ ਜਿਹੜੇ ਮੁੰਡੇ ਕੁੜੀਆਂ ਦੀ ਕੁਰਸੀ ਵਾਸਤੇ ਜੋੜ ਤੋੜ ਕਰ ਰਿਹਾ ਤੇ ਆ ਜਿਹੜੇ ਦੂਜੇ ਨੇ ਉਹ ਸਿਰਫ ਆਪਦੀ ਕੁਰਸੀ ਲਈ ਜੋੜ ਤੋੜ ਕਰ ਰਹੇ ਨੇ। ਮੈਂ ਇਹਨਾਂ ਨਾਲ ਹੋ ਜਾ ਤਾਂ ਮੈਂ ਮਿਨਿਸਟਰ ਬਣ ਜੂ, ਇਹਦੇ ਨਾਲ ਜੁੜ ਜੀਏ ਤਾਂ ਐ ਬਣ ਜਾਾਂਗੇ। ਬਾਕੀ ਪਬਲਿਕ ਹੈ, ਸਿਆਣੀ ਹੈ, ਸਾਰਾ ਕੁਝ ਪਤਾ ਉਹਨਾਂ ਨੂੰ। ਉਹੀ ਖੰਬੇ ਨੇ ਬਿਜਲੀ ਬੋਰਡ ਦੇ, ਬਹੁਤ ਵੱਡੇ ਅਫਸਰ ਨੇ, ਸਭ ਤੋਂ ਵੱਡੇ ਅਫਸਰ ਨੇ, ਕਈ ਸਾਲਾਂ ਤੋਂ ਨੇ। ਉਹਨਾਂ ਵੇਲੇ ਵੀ ਇਹੀ ਸੀ, ਅਫਸਰ ਇਹੀ ਸੀ, ਖੰਬੇ ਵੀ ਇਹੀ ਸੀ, ਤਾਰਾਂ ਵੀ ਇਹੀ ਸੀ, ਟਰਾਂਸਫਾਰਮਰ ਵੀ ਇਹੀ ਸੀ, ਜੈਂਪਰ ਵੀ ਉਹੀ ਸੀ, ਫਿਊਜ਼ ਵੀ ਉਹੀ ਸੀ, ਗ੍ਰਿਡ ਵੀ ਉਹੀ ਸੀ, ਸੁੱਚਾਂ ਵੀ ਉਹੀ ਸੀ, ਮੋਟਰਾਂ ਵੀ ਉਹੀ ਨੇ। ਤੇ ਹੁਣ ਕਿਵੇਂ ਚੱਲਦੀਆਂ ਨੇ ਜੀ 15-15 ਘੰਟੇ 16-16 ਘੰਟੇ? ਕਾਰਨ ਕੀ ਹੈ? ਇੱਛਾ ਸ਼ਕਤੀ, ਵਿਲ ਪਾਵਰ। ਇੱਛਾ ਸ਼ਕਤੀ ਹੈ ਹੀ ਨਹੀਂ ਸੀ, ਕੋਈ ਧਿਆਨ ਹੀ ਨਹੀਂ ਸੀ। 8 ਘੰਟੇ ਬਿਜਲੀ ਦੇਵਾਂਗੇ, 8 ਘੰਟੇ ਚ ਘੰਟਾ ਆ ਗਈ, 1.5 ਘੰਟਾ ਬੰਦ, 2 ਘੰਟੇ ਆ ਗਈ, ਘੰਟਾ ਬੰਦ। ਉਹ ਗਰਮ ਹੋ ਗਿਆ ਜੀ ਫਲਾਨਾ ਗ੍ਰਿਡ। ਤੇ ਅਸੀਂ ਕਿਹੜਾ ਹੁਣ ਬਰਫ਼ ਚਲਾ ਕੇ ਗ੍ਰਿਡ ਚਲਾ ਰਹੇ ਹਾਂ? ਤੇ ਹੁਣ ਕਿਉਂ ਨਹੀਂ ਗਰਮ ਹੋਏ ਗ੍ਰਿਡ? ਪਲੈਨਿੰਗ ਬਣਾਉਣੀ ਹੁੰਦੀ ਹੈ। ਜ਼ਿਕਰ ਕਰ ਦਈਏ ਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਈਆਂ ਪਈਆਂ ਨੇ ਅਤੇ ਭਾਜਪਾ ਹਾਈ ਕਮਾਂਡ ਦੇ ਵੱਲੋਂ ਪਿਛਲੇ ਦਿਨੀ ਬੀਜੇਪੀ ਪੰਜਾਬ ਦਾ ਨਵਾਂ ਪ੍ਰਧਾਨ ਸੁਨੀਲ ਜਾਖੜ ਨੂੰ ਨਿਯੁਕਤ ਕੀਤਾ ਗਿਆ। ਉੱਥੇ ਦੂਜੇ ਪਾਸੇ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਅਕਾਲੀ ਦਲ ਅਤੇ ਭਾਜਪਾ ਮੁੜ ਤੋਂ ਇਕੱਠੀਆਂ ਹੋ ਸਕਦੀਆਂ ਨੇ ਅਤੇ 2024 ਦੀਆਂ ਲੋਕ ਸਭਾ ਚੋਣਾਂ ਲੜ ਸਕਦੀਆਂ ਨੇ। ਹਾਲਾਂਕਿ ਭਾਜਪਾ ਅਤੇ ਅਕਾਲੀ ਆਗੂ ਇਸ ਗੱਠਜੋੜ ਤੋਂ ਇਨਕਾਰ ਕਰ ਰਹੇ ਨੇ ਪਰ ਮੀਡੀਆ ਦੇ ਵਿੱਚ ਇਹੀ ਚਰਚਾਵਾਂ ਨੇ ਕਿ ਜਲਦ ਇਹਨਾਂ ਦੋਵਾਂ ਪਾਰਟੀਆਂ ਦੇ ਗੱਠਜੋੜ ਦਾ ਐਲਾਨ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅੱਜ ਅੰਮ੍ਰਿਤਸਰ ਕੋਰਟ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਸੰਜੇ ਸਿੰਘ ਤੇ ਕੀਤੇ ਗਏ ਮਾਨਹਾਨੀ ਦੇ ਕੇਸ 'ਚ ਪੇਸ਼ੀ ਭੁਗਤਾਈ ਗਈ। ਪੇਸ਼ੀ ਭੁਗਤਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਉਹਨਾਂ ਦੇ ਗੱਠਜੋੜ ਦੇ 10 ਸਾਲਾਂ ਦੌਰਾਨ ਪੰਜਾਬ ਦੇ ਵਿੱਚ ਲੁੱਟ ਖੋਹ ਨਸ਼ਾ ਪੂਰੀ ਤਰ੍ਹਾਂ ਵਗਦਾ ਰਿਹਾ। ਅਕਾਲੀ ਦਲ ਅਤੇ ਭਾਜਪਾ ਦੇ ਗਠਬੰਧਨ ਨਾਲ ਕੋਈ ਫਰਕ ਨਹੀਂ ਪਵੇਗਾ ਕਿਉਂਕਿ 10 ਸਾਲ ਦੋਵਾਂ ਦੇ ਗਠਬੰਧਨ ਦੌਰਾਨ ਪੰਜਾਬ ਦੇ ਵਿੱਚ ਨਸ਼ਾ, ਲੁੱਟ, ਡਕੈਤੀ ਅਤੇ ਕਤਲ ਦੀਆਂ ਵਾਰਦਾਤਾਂ ਵਾਪਰੀਆਂ ਨੇ ਜਿਸ ਤੋਂ ਬਾਅਦ ਹੁਣ ਮੁੜ ਤੋਂ ਗਠਬੰਧਨ ਦਾ ਕੋਈ ਫਾਇਦਾ नहीं होगा। ये कहना है आम आदमी पार्टी के राज्यसभा मेंबर संजय सिंह का। मुझे लगता है कि किसी भी अलायंस का कोई असर पड़ने वाला नहीं है। जिस तरह से भगवंत मान जी की सरकार पंजाब में काम कर रही है, नहरों में 40 साल के बाद पानी देखा गया।
हजारों की संख्या में 27,000 से ज़्यादा सरकारी नौकरियां भगवंत मान जी दे चुके हैं। मोहल्ला क्लिनिक का निर्माण हो रहा है। 80 से 90% लोगों के घरों का बिजली का बिल जीरो आ रहा है। और यही कारण है कि जालंधर के उपचुनाव में हम लोगों को इतनी बड़ी सफलता मिली। तो मुझे लगता है कि कितने भी गठबंधन और ठगबंधन सारे लोग कर लें, इसका कोई फ़ायदा अकाली दल और बीजेपी को मिलने वाला नहीं है। इस गठबंधन की सरकार को पंजाब की जनता ने 10 साल भोगा है, 10 साल। और तब मैं प्रभारी था उस वक्त यहाँ पे, आपको याद होगा क्या हालत थी। हत्या, लूट, डकैती, ड्रग्स के धंधे पूरी तरीके से फैले हुए थे पंजाब के अंदर। तो 10 साल तक तो यही अकाली दल और बीजेपी का शासन रहा है पंजाब के अंदर। ਇਸ ਮੌਕੇ ਉਹਨਾਂ ਨੇ ਭਾਜਪਾ ਤੇ ਨਿਸ਼ਾਨੇ ਸਾਧੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਮਨੀਪੁਰ ਸੜ ਰਿਹਾ ਹੈ। ਰੇਲ ਐਕਸੀਡੈਂਟ ਹੋਇਆ ਪਰ ਪ੍ਰਧਾਨ ਮੰਤਰੀ ਵਿਦੇਸ਼ਾਂ ਦੇ ਵਿੱਚ ਘੁੰਮ ਰਹੇ ਨੇ। ਉਹਨਾਂ ਕਿਹਾ ਕਿ ਭਾਜਪਾ ਸਾਰੇ ਭ੍ਰਿਸ਼ਟਾਚਾਰੀ ਲੋਕਾਂ ਨੂੰ ਆਪਣੀ ਪਾਰਟੀ ਦੇ ਵਿੱਚ शामिल कर रही है। दोनों सरकारें अच्छी चल रही हैं। हम जो वादे, सवाल ये है कि जो हम जनता को गारंटी दे रहे हैं वो गारंटी पूरी कर रहे हैं या नहीं कर रहे हैं। हाँ, बिल्कुल पूरी कर रहे हैं। वादे से ज़्यादा काम हम करके दिखा रहे हैं। तो मुझे लगता है कि यही एक सरकार की उपलब्धि होती है, यही एक सरकार की पहचान होती है कि अपने वादों पे खरी उतरे। भगवंत मान जी की सरकार अपने वादों पे खरी उतर रही है। अरविंद केजरीवाल जी की सरकार अपने वादों से ज़्यादा काम कर रही है। इसीलिए तो परेशान होकर मोदी जी रोज़ मुकदमा करते रहते हैं। तो इसलिए मुझे लगता है कि ये इस वक्त जो हालत है वो पूरा देश इस बात को देख रहा है कि प्रधानमंत्री नरेंद्र मोदी के नेतृत्व में पूरा देश इस वक्त तबाही की कगार पे पहुंच गया है। मणिपुर जल रहा है, रेल का इतना बड़ा एक्सीडेंट हो जाता है, अमेरिका घूमने की फुर्सत है प्रधानमंत्री को, मिस्र की मस्जिद में घूमने की फुर्सत है, लेकिन उनको मणिपुर की हिंसा नहीं दिखाई पड़ रही है। मेट्रो में घूम रहे हैं, मन की बात कर रहे हैं, मणिपुर की बात नहीं कर रहे हैं। नरेंद्र मोदी जी का जो मोदी वॉशिंग पाउडर है उससे आपको धुलकर राजा हरिश्चंद्र बना दिया जाएगा। पूरे देश में आज जिस तरह से मोदी जी एक एक भ्रष्टाचार, उन्होंने कहा था भोपाल में कि एक भी भ्रष्टाचारी को नहीं छोड़ूंगा, हर भ्रष्टाचारी पे कार्रवाई करूंगा। अब समझ में आ गया महाराष्ट्र का घटनाक्रम देख के कि मोदी जी ने कहा था एक भी भ्रष्टाचारी को नहीं छोड़ूंगा, हर भ्रष्टाचारी को मंत्री बनाऊंगा। तो मंत्री बना रहे हो। ਜ਼ਿਕਰ ਕਰ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਤੇ ਮਾਨਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ, ਜਿਸ ਦੀ ਤਾਰੀਖ ਭੁਗਤਾਉਣ ਦੇ ਲਈ ਅੱਜ ਆਪ ਨੇਤਾ ਸੰਜੇ ਸਿੰਘ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਹੋਏ ਨੇ। ਇਸ ਮੌਕੇ ਉਹਨਾਂ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸੀ ਉਹ ਪੂਰੇ ਕੀਤੇ ਜਾ ਰਹੇ ਹਨ ਅਤੇ ਵਾਅਦੇ ਨਾਲੋਂ ਵੀ ਜ਼ਿਆਦਾ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਅੱਜ ਵੱਖ-ਵੱਖ ਵਿਭਾਗਾਂ ਦੇ ਨਵੇਂ ਨਿਯੁਕਤ 252 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਇਰਾਦਾ ਕੀਤਾ ਸੀ ਤੇ ਹੁਣ ਵਾਅਦਾ ਪੂਰਾ ਕਰ ਰਹੇ ਹਾਂ। ਜਦੋਂ ਇਰਾਦਾ ਹੋਵੇ ਤਾਂ ਵਾਅਦਾ ਪੂਰਾ ਕਰਨ 'ਚ ਕੋਈ ਦਿੱਕਤ ਨਹੀਂ ਆਉਂਦੀ। ਪੰਜਾਬ ਦੀ ਮਾਨ ਸਰਕਾਰ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ। ਇਸੇ ਸਦਕਾ ਹੀ ਸੀਐਮ ਭਗਵੰਤ ਮਾਨ ਅੱਜ ਇੱਕ ਵਾਰ ਫਿਰ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਨਵ ਨਿਯੁਕਤ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦੇ ਲਈ ਚੰਡੀਗੜ੍ਹ ਪਹੁੰਚੇ। ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਵਿੱਚ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲ ਰਹੀਆਂ ਨੇ। ਅਸੀਂ ਪਹਿਲਾਂ ਆਪਣਾ ਇਰਾਦਾ ਬਣਾਇਆ ਅਤੇ ਹੁਣ ਵਾਅਦੇ ਪੂਰੇ ਕਰ ਰਹੇ ਹਾਂ। ਔਰ ਨੌਕਰੀ ਉਹ ਵੀ ਸਰਕਾਰੀ ਸਾਡੇ ਕਲਚਰ 'ਚ ਤਾਂ ਇਹ ਹਊਆ ਬਣਾ ਕੇ ਰੱਖਤੀ, ਇੱਕ ਆਊਟ ਆਫ ਰੀਚ ਚੀਜ਼ ਬਣਾਤੀ ਵੀ ਸ਼ਾਇਦ ਇਹ ਸਾਡੀ ਕਿਸਮਤ 'ਚ ਹੈ ਨਹੀਂ। ਇਹ ਤਾਂ ਚੀਜ਼ ਇਹ ਤਾਂ ਸਿਰਫ ਸਿਫਾਰਿਸ਼ਾਂ ਨੂੰ ਮਿਲਦੀ ਹੈ, ਇਹ ਤਾਂ ਸਿਰਫ ਜਿਨ੍ਹਾਂ ਕੋਲ ਪੈਸੇ ਨੇ ਉਹਨਾਂ ਨੂੰ ਮਿਲਦੀ ਹੈ, ਇਹ ਤਾਂ ਜਿਨ੍ਹਾਂ ਨੂੰ ਸਿਰਫ ਮੰਤਰੀ ਜਾਂ ਮੁੱਖ ਮੰਤਰੀ ਜਾਣਦਾ ਉਹਨਾਂ ਨੂੰ ਮਿਲਦੀ ਹੈ ਬਸ। ਇਹ ਤੋਂ ਪਹਿਲਾਂ ਇਹ ਸੀ ਨਾ, ਅਸੀਂ ਆ ਕੇ ਚੇਂਜ ਕੀਤਾ। ਹੁਣ ਜੇ ਮੇਰੇ ਕੋਲ ਕਿਸੇ ਦੀ ਸਿਫਾਰਿਸ਼ ਆ ਜਾਏ ਮੈਂ ਉਹ 'ਤੇ ਸ਼ੱਕ ਕਰਨ ਲੱਗ ਜਾਣਾ ਵੀ ਇਹਨੇ ਸਿਫਾਰਿਸ਼ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਹੈ, ਤਾਂ ਮਤਲਬ ਕੋਈ ਨਾ ਕੋਈ ਕਮੀ ਹੋਣੀ ਇਹਦੇ 'ਚ। ਅਸੀਂ ਇਹ ਫੈਸਲਾ ਕੀਤਾ ਹੋਇਆ ਕਿ ਜਿਹੜਾ ਲੋੜਵੰਦ ਹੈ ਤੇ ਜਿਹੜਾ ਉਹਨੂੰ ਡਿਜ਼ਰਵ ਕਰਦਾ ਉਸੇ ਨੂੰ ਨੌਕਰੀ ਮਿਲੂਗੀ। ਤਾਂ ਅਸੀਂ ਵਾਅਦਾ ਕੀਤਾ ਸੀ ਵੀ ਨੌਕਰੀਆਂ ਦੇਵਾਂਗੇ। ਉਹ ਕਹਿੰਦੇ ਆ ਕਿ ਪਹਿਲਾਂ ਇਰਾਦਾ ਕਰੋ ਫਿਰ ਵਾਅਦਾ ਕਰੋ। ਪਹਿਲਾਂ ਇਰਾਦਾ ਕੀਤਾ ਸੀ ਅਸੀਂ ਕਿ ਨੌਕਰੀਆਂ ਦੇਣੀਆਂ ਨੇ, ਬਿਜਲੀ ਫ੍ਰੀ ਕਰਨੀ ਹੈ, ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੇਣਾ, ਮਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਖੋਲਣੇ ਨੇ, ਉੱਥੇ ਡਾਕਟਰ ਰੱਖ ਕੇ ਦਵਾਈਆਂ ਸਾਰੀਆਂ ਫ੍ਰੀ ਦੇਣੀਆਂ ਨੇ। ਵਪਾਰ ਜਿਹੜਾ ਇੱਥੋਂ ਚਲਾ ਗਿਆ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਹੀ ਆਉਣਾ ਹੈ। ਪ੍ਰਾਈਵੇਟ ਜੌਬਸ ਵੀ ਕ੍ਰੀਏਟ ਕਰਨੀਆਂ ਨੇ, ਸਰਕਾਰੀ ਨੌਕਰੀਆਂ ਦੇਣੀਆਂ ਨੇ। ਇਹ ਪਹਿਲਾਂ ਸਾਡਾ ਇਰਾਦਾ ਕੀਤਾ ਫਿਰ ਵਾਅਦਾ ਕੀਤਾ।
ਜਦੋਂ ਇਰਾਦਾ ਕੀਤਾ ਹੋਇਆ ਫਿਰ ਵਾਅਦਾ ਪੂਰਾ ਕਰਨ 'ਚ ਕੋਈ ਜ਼ਿਆਦਾ ਮੁਸ਼ਕਲ ਨਹੀਂ ਆਉਂਦੀ। ਤੇ ਕੋਚਿੰਗ ਵਾਸਤੇ ਵੀ ਅਸੀਂ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਕਿ UPSC ਦੇ ਕੋਚਿੰਗ IAS IPS ਦੇ ਕੋਚਿੰਗ ਸੈਂਟਰ ਜਿਹੜੇ ਨੇ ਮਹਿੰਗੇ ਨੇ, ਉਹ ਫੀਸਾਂ ਮਹਿੰਗੀਆਂ ਨੇ, ਹੈ ਨਹੀਂ ਆਲੇ ਦੁਆਲੇ, ਹੋਸਟਲਾਂ 'ਚ ਰਹਿਣਾ ਪੈਂਦਾ ਜਾਂ ਕਿਰਾਏ ਤੇ PGਆਂ 'ਚ ਰਹਿਣਾ ਪੈਂਦਾ। ਤਾਂ ਅਸੀਂ ਪੰਜਾਬ ਦੇ ਵਿੱਚ UPSC ਦੇ ਕੋਚਿੰਗ ਸੈਂਟਰ ਖੋਲਾਂਗੇ 8 ਔਰ ਬਿਲਕੁਲ ਫ੍ਰੀ ਐਂਡ ਫ੍ਰੀ ਟੂ ਆਲ। ਕੋਈ ਉਹਦੇ 'ਚ ਇਹ ਨਹੀਂ ਹੈਗਾ ਕੋਈ BPL ਕਾਰਡ ਵਾਲਾ ਹੋਊਗਾ, ਨੀਲੇ ਕਾਰਡ ਵਾਲਾ ਹੋਊਗਾ ਨਾ। ਜਿਹੜਾ ਵੀ ਉੱਥੇ ਜਾਣਾ, ਨਾਲ ਹੋਸਟਲ ਵੀ ਬਣਾਵਾਂਗੇ ਉਹਨਾਂ ਬਿਲਡਿੰਗਾਂ 'ਚ, ਹੋਸਟਲ ਬਣਾਵਾਂਗੇ, ਲਾਇਬ੍ਰੇਰੀ ਬਣਾਵਾਂਗੇ, ਉੱਥੇ ਹੀ ਪੜ੍ਹੋ, ਉੱਥੇ ਹੀ ਰਹੋ ਔਰ ਉੱਥੇ ਕੋਚਿੰਗ ਲਓ, ਅਫਸਰ ਬਣ ਕੇ ਬਾਹਰ ਨਿਕਲੋ। ਹੁਣ ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਦੇ ਵੱਲ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਪਾਰਟੀਆਂ ਵਿਚਕਾਰ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਠਜੋੜ ਦੀ ਸਹਿਮਤੀ ਬਣ ਚੁੱਕੀ ਹੈ। ਉੱਥੇ ਦੂਜੇ ਪਾਸੇ ਹੁਣ ਕਾਂਗਰਸ ਇਸ ਗੱਠਜੋੜ ਦੀਆਂ ਚਰਚਾਵਾਂ ਨੂੰ ਲੈ ਕੇ ਅਕਾਲੀ ਦਲ ਅਤੇ BJP ਨੂੰ ਘੇਰ ਰਹੀ ਹੈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਮੁੱਦੇ ਦੇ ਉੱਤੇ ਅਹਿਮ ਸਵਾਲ ਖੜੇ ਕੀਤੇ ਨੇ। ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ BJP ਇੱਕ ਵਾਰ ਫਿਰ ਗੱਠਜੋੜ ਕਰ ਰਹੇ ਨੇ ਤਾਂ ਪਹਿਲਾਂ ਭਾਜਪਾ ਨਾਲ ਗੱਠਜੋੜ ਕਿਉਂ ਤੋੜਿਆ ਗਿਆ? ਇਹ ਸਵਾਲ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਜਿੱਥੋਂ ਤੱਕ ਮੈਨੂੰ ਯਾਦ ਹੈ ਇਹ ਗੱਠਜੋੜ 3 ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਅਤੇ MSP ਦੀ ਮੰਗ ਨੂੰ ਲੈ ਕੇ ਤੋੜਿਆ ਗਿਆ ਸੀ ਅਤੇ ਇਹਨਾਂ ਕਾਲੇ ਕਾਨੂੰਨਾਂ ਕਰਕੇ ਹੀ ਦਿੱਲੀ ਵਿੱਚ ਕਿਸਾਨਾਂ ਦੁਆਰਾ ਇੱਕ ਵਿਸ਼ਾਲ ਅੰਦੋਲਨ ਕੀਤਾ ਗਿਆ ਸੀ। ਉਹਨਾਂ ਸਵਾਲ ਕੀਤਾ ਕਿ ਹੁਣ ਇਹਨਾਂ ਕਾਨੂੰਨਾਂ ਦੇ ਵਿੱਚ ਕੀ ਬਦਲਿਆ ਜੋ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਵਿੱਚ ਵਾਪਸ ਆਉਣ ਦੇ ਲਈ ਉਤਸੁਕ ਹੈ। ਨਾਲ ਹੀ ਉਹਨਾਂ ਪੁੱਛਿਆ ਕਿ ਸ਼੍ਰੋਮਣੀ ਅਕਾਲੀ ਦਲ ਸੰਘੀ ਜਾਵ ਏਕਤਾ ਵਾਲੇ ਭਾਰਤ ਲਈ ਖੜਾ ਹੈ, ਕਿਉਂਕਿ ਭਾਜਪਾ ਜੰਮੂ ਕਸ਼ਮੀਰ ਨੂੰ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੋੜਨ ਤੋਂ ਬਾਅਦ ਯੂਨੀਫਾਰਮ ਸਿਵਲ ਕੋਡ ਯਾਨੀ ਕਿ UCC ਨਾਲ ਅੱਗੇ ਵਧ ਰਹੀ ਹੈ। ਤਾਂ ਫਿਰ ਇਹਨਾਂ ਘੱਟ ਗਿਣਤੀਆਂ ਵਿਰੋਧੀ ਮੁੱਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੈ? ਖਹਿਰਾ ਨੇ ਕਿਹਾ ਕਿ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਵਿਚਾਰਧਾਰਾ ਨਾਲੋਂ ਆਪਣੀਆਂ ਗਲਤੀਆਂ ਕਾਰਨ ਰਾਜਨੀਤਿਕ ਪੱਧਰ ਦੇ ਨੁਕਸਾਨ ਤੋਂ ਦੁਖੀ ਹੈ, ਜਿਸ ਕਾਰਨ ਹੁਣ ਆਪਣਾ ਗੁਆਚਿਆ ਪੱਧਰ ਮੁੜ ਪ੍ਰਾਪਤ ਕਰਨ ਦੀ ਇਹ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਦੁਬਾਰਾ ਗੱਠਜੋੜ ਹੋ ਜਾਂਦਾ ਹੈ ਤਾਂ ਇਹ ਸਿਰਫ ਚੋਣ ਲਾਭ ਲਈ ਹੋਵੇਗਾ, ਨਾ ਕਿ ਪੰਜਾਬ ਦੇ ਸਿੱਖਾਂ ਜਾਂ ਫਿਰ ਕਿਸਾਨਾਂ ਲਈ। ਦੱਸ ਦਈਏ ਕਿ ਬੀਤੇ ਕਾਲ ਤੋਂ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਮੁੜ ਤੋਂ ਗੱਠਜੋੜ ਹੋ ਸਕਦਾ ਹੈ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹ ਦੋਵੇਂ ਧਿਰਾਂ ਇਕੱਠੀਆਂ ਹੋ ਕੇ ਲੜ ਸਕਦੀਆਂ ਨੇ। ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਤੋਂ ਗੱਠਜੋੜ ਕਰਨ ਦਾ ਮੁੱਖ ਕਾਰਨ ਵਿਰੋਧੀ ਧਿਰਾਂ ਦੀ ਮਹਾ ਬੈਠਕ ਹੈ, ਕਿਉਂਕਿ ਵਿਰੋਧੀ ਧਿਰਾਂ ਵੱਲੋਂ ਭਾਜਪਾ ਨੂੰ ਸੱਤਾ ਤੋਂ ਹਟਾਉਣ ਦੇ ਲਈ ਇਕਜੁੱਟ ਹੋ ਕੇ 2024 ਦੀਆਂ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਦਕਾ ਹੀ ਹੁਣ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਇੱਕ ਹੋਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ। ਇਸ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਵੀ ਚੱਲ ਰਹੀਆਂ ਨੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵਾਂ ਪਾਰਟੀਆਂ ਵਿਚਕਾਰ ਸੀਟ ਫਾਰਮੂਲੇ ਤੋਂ ਲੈ ਕੇ ਚੋਣ ਰਣਨੀਤੀ ਤੱਕ ਸਭ ਕੁਝ ਤੈਅ ਹੋ ਗਿਆ, ਹੁਣ ਸਿਰਫ ਐਲਾਨ ਦੀ ਉਡੀਕ ਹੈ। ਦੋਵਾਂ ਪਾਰਟੀਆਂ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਪਾਰਟੀਆਂ ਜਲਦੀ ਹੀ ਗੱਠਜੋੜ ਦਾ ਐਲਾਨ ਵੀ ਕਰ ਸਕਦੀਆਂ ਨੇ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਦੋਵਾਂ ਪਾਰਟੀਆਂ ਵੱਲੋਂ ਤੈਅ ਕੀਤੇ ਗਏ ਸੀਟ ਫਾਰਮੂਲੇ ਵਿੱਚ ਭਾਜਪਾ ਨੇ ਨਵੇਂ ਗੱਠਜੋੜ ਵਿੱਚ ਆਪਣਾ ਕੱਦ ਵਧਾਇਆ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੱਦ ਘਟਾ ਦਿੱਤਾ ਹੈ। ਪੁਰਾਣੇ ਗੱਠਜੋੜ ਵਿੱਚ 10 ਅਤੇ 3 ਦਾ ਫਾਰਮੂਲਾ ਸੀ, ਪਰ ਹੁਣ ਪਤਾ ਲੱਗਿਆ ਕਿ ਇਹ ਫਾਰਮੂਲਾ 8 ਅਤੇ 5 ਬਣਾ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਹੁਣ ਭਾਜਪਾ 5 ਅਤੇ ਅਕਾਲੀ ਦਲ 8 ਸੀਟਾਂ ਤੇ ਲੜੇਗੀ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਗੱਠਜੋੜ ਦੇ ਐਲਾਨ ਤੋਂ ਬਾਅਦ ਹੀ ਮੋਦੀ ਸਰਕਾਰ ਆਪਣੇ ਕਾਰਜਕਾਲ ਦਾ ਅੰਤਿਮ ਵਾਅਦਾ ਕਰੇਗੀ। ਕੇਂਦਰੀ ਮੰਤਰੀ ਮੰਡਲ ਦੇ ਇਸ ਆਖਰੀ ਵਿਸਥਾਰ ਵਿੱਚ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਮੁੜ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਪੰਜਾਬ 'ਚ ਚਾਈਨਾ ਡੋਰ ਦੀ ਵਰਤੋਂ ਨਾਲ ਵਾਪਰੀਆਂ ਦੁਰਘਟਨਾ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਇਸ ਦੀ ਪਾਬੰਦੀ ਦੇ ਜਾਰੀ ਹੁਕਮ ਨੂੰ ਹੋਰ ਪ੍ਰਭਾਵਸ਼ਾਲੀ ਸਖਤੀ ਨਾਲ ਲਾਗੂ ਕਰ ਦਿੱਤਾ ਗਿਆ ਹੈ। ਨਵੀਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਚਾਈਨਾ ਡੋਰ ਨੇ ਕਈ ਘਰਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ, ਪਰ ਫਿਰ ਵੀ ਕਈ ਲੋਕ ਇਸ ਦੀ ਵਰਤੋਂ ਕਰਨ ਤੋਂ ਹਟਦੇ ਨਹੀਂ ਹੈ, ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਇਸ ਦੀ ਪਾਬੰਦੀ ਦੇ ਜਾਰੀ ਹੁਕਮਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸਖਤੀ ਨਾਲ ਲਾਗੂ ਕਰਨ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਪਤੰਗ ਉਡਾਉਣ ਦੇ ਲਈ ਸਿਰਫ ਸੂਤੀ ਧਾਗੇ ਦੀ ਹੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਚਾਈਨਾ ਡੋਰ ਦੀ ਵਰਤੋਂ ਖਿਲਾਫ ਸ਼ਿਕਾਇਤ ਉੱਪਰ ਕਾਰਵਾਈ ਕਰਨ ਦੀਆਂ ਸ਼ਕਤੀਆਂ ਹੇਠਲੇ ਪੱਧਰ ਤੇ ਦਿੰਦਿਆਂ ਇਸ ਦੀ ਵਰਤੋਂ ਤੇ
ਸਜ਼ਾ ਯਾਫਤਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਨੇ ਦੱਸਿਆ ਕਿ ਸਰਕਾਰ ਵੱਲੋਂ ਫਿਰੋਜ਼ਪੁਰ ਵਿਖੇ ਚਾਈਨਾ ਡੋਰ ਨਾਲ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲਿਆ ਗਿਆ ਅਤੇ ਇਸ ਸੰਬੰਧੀ ਸਾਇੰਸ, ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਚਾਈਨਾ ਡੋਰ ਨਾਲ ਵਾਪਰਦੀਆਂ ਘਟਨਾਵਾਂ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਇਸ ਦੀ ਪੂਰਨ ਪਾਬੰਦੀ ਦੇ ਹੁਕਮ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਨਵੀਂ ਅਧਿਸੂਚਨਾ ਨੂੰ ਲਾਗੂ ਕਰਨ ਅਤੇ ਦੋਸ਼ੀ ਖਿਲਾਫ ਕਾਰਵਾਈ ਕਰਨ ਲਈ ਸਪਸ਼ਟ ਅਧਿਕਾਰ ਦਿੱਤੇ ਗਏ ਹੈ। ਚਾਈਨਾ ਡੋਰ ਦੀ ਪੂਰਨ ਪਾਬੰਦੀ ਸੰਬੰਧੀ এনवायरमेंट ਪ੍ਰੋਟੈਕਸ਼ਨ ਐਕਟ 1986 ਦੀ ਧਾਰਾ 5 ਅਧੀਨ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਜਿਨ੍ਹਾਂ ਦੀ ਉਲੰਘਣਾ ਲਈ 5 ਸਾਲ ਦੀ ਸਜ਼ਾ ਅਤੇ 1 ਲੱਖ ਦਾ ਜੁਰਮਾਨਾ ਜਾਂ ਫਿਰ ਦੋਵੇਂ ਹੀ ਹੋ ਸਕਦੇ ਨੇ। ਵਾਤਾਵਰਣ ਮੰਤਰੀ ਨੇ ਦੱਸਿਆ ਕਿ ਚਾਈਨਾ ਡੋਰ ਦੀ ਪਾਬੰਦੀ ਸੰਬੰਧੀ ਸੂਬਾ ਸਰਕਾਰ ਵੱਲੋਂ 23 ਫਰਵਰੀ 2018 ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਸੀ। ਹੁਣ ਨਵੇਂ ਜਾਰੀ ਹੁਕਮਾਂ ਵਿੱਚ ਇਹਨਾਂ ਕਮੀਆਂ ਨੂੰ ਦੂਰ ਕਰ ਦਿੱਤਾ ਗਿਆ। ਨਵੇਂ ਹੁਕਮਾਂ ਤਹਿਤ ਚਾਈਨਾ ਡੋਰ, ਕੱਚ ਜਾਂ ਫਿਰ ਹੋਰ ਧਾਤੂ ਦੇ ਪਾਊਡਰ ਨਾਲ ਬਣੀ ਡੋਰ ਉੱਪਰ ਪੂਰਨ ਪਾਬੰਦੀ ਲਗਾਉਂਦੇ ਹੋਏ ਸਿਰਫ ਸੂਤੀ ਧਾਗੇ ਨਾਲ ਪਤੰਗ ਉਡਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਕੈਬਨਿਟ ਮੰਤਰੀ ਮੀਥੇਰ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਕਾਰਜਕਾਰੀ ਮੈਜਿਸਟ੍ਰੇਟ, ਮਾਲ ਮਹਿਕਮੇ ਦੇ ਤਹਿਸੀਲਦਾਰ ਅਤੇ ਉੱਚ ਅਧਿਕਾਰੀ ਤੋਂ ਇਲਾਵਾ ਵਣ ਵਿਭਾਗ ਦੇ ਜੰਗਲੀ ਜੀਵ ਇੰਸਪੈਕਟਰ, ਉੱਚ ਅਧਿਕਾਰੀ, ਪੰਜਾਬ ਪੁਲਿਸ ਦੇ ਸਬ ਇੰਸਪੈਕਟਰ, ਉੱਚ ਅਧਿਕਾਰੀ, ਸਥਾਨਕ ਸਰਕਾਰਾਂ ਦੇ ਦਰਜਾ ਸੀ ਕਰਮਚਾਰੀ, ਉੱਚ ਅਧਿਕਾਰੀ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਾਇਕ ਵਾਤਾਵਰਣ ਇੰਜੀਨੀਅਰ ਅਤੇ ਉੱਚ ਅਧਿਕਾਰੀਆਂ ਨੂੰ ਉਕਤ ਹਦਾਇਤਾਂ ਨੂੰ ਸੂਬੇ ਵਿੱਚ ਲਾਗੂ ਕਰਨ ਲਈ ਅਧਿਕਾਰ ਦਿੱਤੇ ਗਏ ਨੇ। ਉਨ੍ਹਾਂ ਅੱਗੇ ਦੱਸਿਆ ਕਿ ਸਬੰਧਤ ਮਹਿਕਮਿਆਂ ਨੂੰ ਪਾਬੰਦੀ ਸੰਬੰਧੀ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਨੇ ਤਾਂ ਜੋ ਬਹੁਮੁੱਲੀਆਂ ਮਨੁੱਖੀ ਜਾਨਾਂ ਨੂੰ ਬਚਾਉਣ ਦੇ ਨਾਲ-ਨਾਲ ਪਸ਼ੂ, ਪੰਛੀਆਂ ਆਦਿ ਦੀ ਰੱਖਿਆ ਵੀ ਯਕੀਨੀ ਬਣਾਈ ਜਾ ਸਕੇ। ਵਾਤਾਵਰਣ ਮੰਤਰੀ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਪਤੰਗ ਉਡਾਉਣ ਲਈ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਨਾਲ ਹੀ ਦੁਕਾਨਦਾਰ ਤੋਂ ਇਲਾਵਾ ਆਨਲਾਈਨ ਸਟੋਰ ਇਸ ਨੂੰ ਵੇਚਣ ਤੋਂ ਗੁਰੇਜ਼ ਕਰਨ। ਇਸ ਦੀ ਵੀ ਅਪੀਲ ਵਾਤਾਵਰਣ ਮੰਤਰੀ ਨੇ ਪ੍ਰੈਸ ਬਿਆਨ ਵਿੱਚ ਕੀਤੀ ਹੈ। ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਪਹੁੰਚੀ ਕੱਚੇ ਅਧਿਆਪਕਾ ਜਥੇਬੰਦੀ ਦੇ ਅਧਿਆਪਕ ਮਨਪ੍ਰੀਤ ਕੌਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸਕੂਲ ਵਿੱਚ ਬੱਚਿਆਂ ਨੂੰ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਧਰਨੇ ਦੌਰਾਨ ਸਮੇਂ ਸਰਕਾਰ ਦੇ ਪੁਲਿਸ ਨੇ ਉਹਨਾਂ ਤੇ ਲਾਠੀਚਾਰਜ ਕੀਤਾ। ਇਸ ਦੌਰਾਨ ਅਧਿਆਪਕਾਂ ਨੇ ਬੱਚਿਆਂ ਨਾਲ ਮਿਲ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਪੰਜਾਬ ਸੂਬੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਖਤਮ ਹੋ ਚੁੱਕੀਆਂ ਨੇ ਅਤੇ ਅਧਿਆਪਕਾਂ ਦੇ ਨਾਲ-ਨਾਲ ਹੁਣ ਬੱਚੇ ਵੀ ਸਕੂਲ ਪਹੁੰਚਣੇ ਸ਼ੁਰੂ ਹੋ ਗਏ ਨੇ। ਇਸ ਦਰਮਿਆਨ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਛੁੱਟੀਆਂ ਤੋਂ ਬਾਅਦ ਸਕੂਲ ਪਹੁੰਚੀ 8736 ਕੱਚੇ ਅਧਿਆਪਕਾਂ ਜਥੇਬੰਦੀ ਦੀ ਮਹਿਲਾ ਅਧਿਆਪਕਾ ਮਨਪ੍ਰੀਤ ਕੌਰ ਨੇ ਸਕੂਲ ਵਿੱਚ ਬੱਚਿਆਂ ਨੂੰ ਦੱਸਿਆ ਕਿ ਸਾਡਾ ਸੰਗਰੂਰ ਨੇੜਲੇ ਪਿੰਡ ਖੁਰਾਣਾ ਵਿਖੇ ਧਰਨਾ ਚੱਲ ਰਿਹਾ ਸੀ। ਧਰਨੇ ਦੌਰਾਨ ਅਸੀਂ ਮੁੱਖ ਮੰਤਰੀ ਦੀ ਸੰਗਰੂਰ ਵਾਲੀ ਕੋਠੀ ਵੱਲ ਕੂਚ ਕਰਨਾ ਸੀ, ਪਰ ਸਾਨੂੰ ਪੁਲਿਸ ਵੱਲੋਂ ਰੋਕਿਆ ਗਿਆ ਅਤੇ ਸਾਡੇ ਨਾਲ ਹੱਥੋਂ ਪਾਈ ਵੀ ਹੋਈ, ਜਿਸ ਦੌਰਾਨ ਮੇਰੇ ਸੱਟ ਲੱਗੀ ਹੈ। ਅਧਿਆਪਕਾਂ ਨੇ ਆਪਣੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੈਰ ਤੇ ਲੱਗੀ ਸੱਟ ਵਿਖਾਉਂਦਿਆਂ ਕਿਹਾ, ਤੁਸੀਂ ਤਾਂ ਛੁੱਟੀਆਂ ਵਿੱਚ ਆਪਣੇ ਰਿਸ਼ਤੇਦਾਰਾਂ ਵਿੱਚ ਜਾ ਕੇ ਆਏ ਹੋਵੋਗੇ, ਪਰੰਤੂ ਸਾਨੂੰ ਧਰਨੇ ਵਿੱਚ ਪੁਲਿਸ ਦੀਆਂ ਲਾਠੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦਰਮਿਆਨ ਅਧਿਆਪਕਾਂ ਨੇ ਬੱਚਿਆਂ ਨਾਲ ਮਿਲ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਹੈ। ਹਾਂ ਪੁੱਤ, ਛੁੱਟੀਆਂ ਦਾ ਕੰਮ ਕਰੇ ਸਾਰੇ? ਹਾਂਜੀ। ਤੁਸੀਂ ਤਾਂ ਵਧੀਆ ਛੁੱਟੀਆਂ 'ਚ ਨਾਨਕੇ ਜਾ ਕੇ ਆਏ ਹੋ ਆਪਦੇ, ਹਨਾ? ਹਾਂਜੀ। ਆਹ ਦੇਖੋ ਸਾਡਾ ਸਰਕਾਰ ਨੇ ਕੀ ਹਾਲ ਕੀਤਾ। ਮੇਰੇ ਪੈਰ ਤੇ ਸੱਟ ਲੱਗੀ ਹੈ ਨਾ? ਹਾਂਜੀ। ਇਹ ਸਾਡਾ ਧਰਨਾ ਸੀਗਾ, ਅਸੀਂ ਕੱਚੇ ਆ। ਤੁਹਾਨੂੰ ਪਤਾ ਨਾ ਵੀ ਸਾਡੀ ਤਨਖਾਹ ਘੱਟ ਹੈ ਬਾਕੀ ਮੈਡਮਾਂ ਨਾਲੋਂ, ਹਨਾ? ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਦੱਸਿਆ ਸੀਗਾ ਤੇ ਅਸੀਂ ਸਰਕਾਰ ਵੱਲੋਂ ਧਰਨਾ ਲਾਇਆ ਸੀਗਾ ਵੀ ਸਾਡਾ ਭਾਈ ਕੰਮ ਕਰੋ, ਜਿਹੜੀ ਤੁਸੀਂ ਪਾਲਿਸੀ ਬਣਾਈ ਆ 10 ਸਾਲਾਂ ਇਹਨੂੰ ਸਾਡੇ ਤੇ ਲਾਗੂ ਕਰੋ, ਠੀਕ ਹੈ? ਤਾਂ ਫਿਰ ਸਰਕਾਰ ਨੇ ਕੀ ਕਰਿਆ, ਭਗਵੰਤ ਮਾਨ ਨੇ ਪੁਲਿਸ ਭੇਜਤੀ ਉੱਥੇ ਕੁੱਟਣ ਵਾਸਤੇ, ਠੀਕ ਹੈ? ਤਾਂ ਉਹ ਜਦੋਂ ਸੱਟਾਂ ਲੱਗੀਆਂ ਤਾਂ ਮੇਰੇ ਵੀ ਪੈਰ ਤੇ ਸੱਟ ਵੱਜੀ ਤੇ ਮੇਰੇ ਪੈਰ ਦੀ ਜਿਹੜਾ ਮਾਸ ਆ ਉਹ ਬਹੁਤ ਜ਼ਿਆਦਾ ਫਟ ਗਿਆ, ਠੀਕ ਹੈ? ਪਰ ਫਿਰ ਵੀ ਦੇਖੋ ਅਸੀਂ ਡਿਊਟੀ ਤੇ ਆਏ ਤੁਹਾਡੇ ਲਈ। ਪੰਜਾਬ ਸਰਕਾਰ ਮੁਰਦਾਬਾਦ। ਤੇ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈਗੀ ਜਿਹਦੇ ਵਿੱਚ ਮੈਂ ਬੱਚਿਆਂ ਨੂੰ ਦੱਸ ਰਹੀ ਹਾਂਗੀ ਵੀ ਸਾਡੇ ਨਾਲ ਤਸ਼ੱਦਦ ਕੀ ਹੋਇਆ, ਸਰਕਾਰ ਨੇ ਸਾਡੇ ਨਾਲ ਕੀ ਕੀਤਾ। ਇਹ ਵੀਡੀਓ ਸਾਨੂੰ ਇਹੋ ਜਿਹੀਆਂ ਵੀਡੀਓ ਨੇ ਜਿਹੜੀਆਂ ਤਾਂ ਬਣਾਉਣੀਆਂ ਪੈ ਰਹੀਆਂ ਨੇ ਕਿ ਅਸੀਂ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਤੇ ਅਸੀਂ ਬੱਚਿਆਂ ਨੂੰ ਪੂਰੇ ਪੰਜਾਬ ਦੇ ਵਿੱਚ, ਪੂਰੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆਂਗੇ ਕਿ ਸਰਕਾਰ ਹੈ ਜਿਹੜੀ ਇਹਦੇ ਵਿੱਚ ਸਿਰਫ ਪੱਗਾਂ ਦੇ ਰੰਗ ਬਦਲੇ ਨੇ, ਹੋਰ ਕੁਝ ਨਹੀਂ ਬਦਲਿਆ। ਅੱਜ ਵੀ ਸਾਡੇ ਨਾਲ ਉਨੇ ਹੀ ਤਸ਼ੱਦਦ ਹੋ ਰਹੇ ਨੇ। ਸਾਰਿਆਂ ਨੇ 1 ਜੁਲਾਈ ਨੂੰ ਖੁਰਾਣਾ ਪਿੰਡ ਦੀ ਟੈਂਕੀ ਨੇੜੇ ਜੋ ਸਾਡੇ ਨਾਲ ਤਸ਼ੱਦਦ ਹੋਇਆ 8736 ਕੱਚੇ ਅਧਿਆਪਕਾਂ ਦੇ ਉੱਪਰ, ਉਹ ਸਭ ਨੇ ਭਲੀ ਭਾਂਤ ਦੇਖਿਆ ਹੈਗਾ। ਹਰ ਰੋਜ਼ ਉਹਦੀ ਨਿਊਜ਼ ਲੱਗ ਰਹੀ ਹੈਗੀ ਚੰਗੀ ਤਰ੍ਹਾਂ, ਤੇ ਸਾਨੂੰ ਇਹ ਸਭ ਕੁਝ ਕਰਨ ਦਾ ਸ਼ੌਂਕ ਨਹੀਂ ਹੈਗਾ। ਬਾਕੀ ਸਰਕਾਰਾਂ ਨੇ ਸਾਡੀ ਜਵਾਨੀ ਰੋਲਤੀ ਤੇ ਸਾਨੂੰ ਲੱਗਦਾ ਸੀ ਵੀ ਜਿਹੜੀ ਇਹ ਸਰਕਾਰ ਆਊਗੀ, ਬਦਲਾਅ ਆਊਗਾ, ਇਹ ਸਾਡਾ ਬੁਢਾਪਾ ਰੁਲਣ ਤੋਂ ਬਚਾ ਲੂਗੀ, ਤੇ ਅਸੀਂ ਇਹ ਕੁਝ ਕਰਨਾ ਨਹੀਂ ਚਾਹੁੰਦੇ ਹੈਗੇ।
ਇਹ ਸਾਡੀ ਮਜਬੂਰੀ ਬਣ ਚੁੱਕਿਆ ਹੈ ਕਿ ਸਾਨੂੰ ਇਹ ਚੀਜ਼ਾਂ ਕਰਨੀਆਂ ਪੈ ਰਹੀਆਂ ਨੇਗੀਆਂ। ਤੇ ਕਈ ਲੇਡੀ ਦੀਆਂ ਜਿਹੜੀਆਂ ਪਿਛਲਾ ਕੁੜਤੀ ਦਾ ਹਿੱਸਾ ਉਹਨੂੰ ਫੜ ਕੇ ਇਦਾਂ ਹੀ ਧੁਰ ਤੱਕ ਪਾੜਿਆ ਗਿਆ ਹੈਗਾ। ਇਹੋ ਜਿਹੀਆਂ ਵੀਡੀਓ ਨੇ ਜਿਹੜੀਆਂ ਉਹ ਸਰਕਾਰ ਦੇ ਮੂੰਹ ਤੇ ਇੱਕ ਵੱਡੀ ਚਪੇੜ ਮਾਰਦੀਆਂ ਨੇਗੀਆਂ। ਤੇ ਇਹਨਾਂ ਨੂੰ ਸਾਡੀ ਸੀਐਮ ਸਾਹਿਬ ਦੇ ਘਰ ਮੂਹਰੇ ਜਾਂਦਿਆਂ ਦੀ ਇਹੋ ਜਿਹੀ ਹਾਲਤ ਹੋਈ ਹੈ, ਜਿਨ੍ਹਾਂ ਦੀਆਂ ਪੱਗਾਂ ਸ਼ਰੇਆਮ ਰੋਲੀਆਂ ਗਈਆਂ, ਸਾਡੀਆਂ ਭੈਣਾਂ ਦੀਆਂ ਚੁੰਨੀਆਂ ਪਾੜੀਆਂ ਗਈਆਂ, ਉਹਨਾਂ ਦੀਆਂ ਕਮੀਜ਼ਾਂ ਪਾੜੀਆਂ ਗਈਆਂ। ਤੇ ਇਹ ਸਰਕਾਰ ਨੂੰ ਸ਼ਰਮ ਚਾਹੀਦੀ ਹੈ ਤੇ ਮਾੜਾ ਮੋਟਾ ਚਾਹੀਦਾ ਕਿ ਜਿਹੜੀ ਇਹਨਾਂ ਨੇ ਆਪਣੇ ਹਿਸਾਬ ਨਾਲ 10 ਸਾਲਾ ਪਾਲਿਸੀ ਬਣਾਈ ਹੈ ਉਹਨੂੰ ਸਾਡੇ ਤੇ ਲਾਗੂ ਕੀਤਾ ਜਾਵੇ ਤੇ ਉਹਦੇ ਤਹਿਤ ਹੀ ਸਾਨੂੰ ਆਰਡਰ ਦਿੱਤੇ ਜਾਣ, ਬਣਦੇ ਮਾਣ ਭੱਤੇ ਦਿੱਤੇ ਜਾਣ, ਤਾਂ ਕਿ ਅਸੀਂ ਆਪਣੀ ਮਾਣ ਇੱਜ਼ਤ ਦੇ ਨਾਲ ਸਕੂਲਾਂ ਦੇ ਵਿੱਚ ਵਾਪਸੀ ਕਰ ਸਕੀਏ। ਇੱਥੇ ਦੱਸਣਯੋਗ ਹੈ ਕਿ ਪਿਛਲੇ ਦਿਨੀ ਕੱਚੇ ਅਧਿਆਪਕਾਂ ਵੱਲੋਂ ਪੱਕਾ ਕਰਨ ਅਤੇ ਉਹਨਾਂ ਦੀ ਤਨਖਾਹ ਵਿੱਚ ਵਾਧਾ ਕਰਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਨੇੜੇ ਧਰਨਾ ਲਗਾਇਆ ਗਿਆ ਸੀ ਅਤੇ ਇਸ ਦਰਮਿਆਨ ਅਧਿਆਪਕਾਂ ਦੇ ਵੱਲੋਂ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਵੱਲ ਕੂਚ ਕਰਨਾ ਸੀ, ਪਰੰਤੂ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਜ਼ਬਰੀ ਰੋਕ ਲਿਆ ਗਿਆ ਅਤੇ ਮਾਮਲਾ ਹੱਥੋਂ ਪਾਈ ਤੱਕ ਪਹੁੰਚ ਗਿਆ। ਇਸ ਮੌਕੇ ਪੁਲਿਸ ਵੱਲੋਂ ਅਧਿਆਪਕਾਂ ਤੇ ਲਾਠੀ ਚਾਰਜ ਵੀ ਕੀਤਾ ਗਿਆ, ਜਿਸ ਦਰਮਿਆਨ ਧਰਨਾਕਾਰੀਆਂ ਦੀਆਂ ਪੱਗਾਂ ਵੀ ਲਈਆਂ ਨੇ ਅਤੇ ਔਰਤਾਂ ਦੀਆਂ ਚੁੰਨੀਆਂ ਰੋਲੀਆਂ ਗਈਆਂ। ਇਹ ਮਾਮਲਾ ਭਖਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਵੀ ਮਾਨ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਉਹਨਾਂ ਤੇ ਕਈ ਸਾਰੇ ਨਿਸ਼ਾਨੇ ਸਾਧੇ ਗਏ ਸੀ। ਜਾਂਦੇ ਇੱਕ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ। ਕਿਹਾ ਗੱਠਜੋੜ ਦੀਆਂ ਚਰਚਾਵਾਂ ਸਿਰਫ ਮੀਡੀਆ 'ਚ ਨੇ। ਪੰਜਾਬ ਭਾਜਪਾ ਦੇ ਪ੍ਰਧਾਨ ਬਣਤੇ ਸੁਨੀਲ ਜਾਖੜ ਪਹੁੰਚੇ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ। ਚਾਈਨਾ ਡੋਰ ਨੂੰ ਲੈ ਕੇ ਪੰਜਾਬ ਸਰਕਾਰ ਸਖਤ, ਵਰਤੋਂ ਕਰਨ ਵਾਲੇ ਨੂੰ 5 ਸਾਲ ਦੀ ਸਜ਼ਾ ਤੇ 1 ਲੱਖ ਦਾ ਹੋਵੇਗਾ ਜੁਰਮਾਨਾ। ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਸੂਬੇ 'ਚ ਖੋਲ੍ਹੇ ਜਾਣਗੇ UPSC ਦੇ 8 ਮੁਫਤ ਕੋਚਿੰਗ ਸੈਂਟਰ। ਅੱਜ ਦੇ ਪੰਜਾਬ ਬੁਲਟਨ ਵਿੱਚ ਇੰਨਾ ਹੀ ਤੇ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।